ਨਾ ਅਸੀਂ ਕਿਸਾਨਾਂ ਨੂੰ ਜਿਹੜਾ ਵਾ ਕੱਟ ਕਰਨ ਤੋਂ ਰੋਕ ਪਾਏ। ਹਰਿਆਣੇ ਦੇ ਵਿੱਚ ਸੀਐਮ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਜਾਂਦਾ, ਉਹਨੂੰ ਸਭਾ ਨਹੀਂ ਕਰਨ ਦਿੱਤੀ ਜਾਂਦੀ। ਬੀਜੇਪੀ ਦੇ ਕਿਸੇ ਲੀਡਰ ਨੂੰ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਂਦਾ। ਅਸੀਂ ਕਿਤੇ ਨਹੀਂ ਰੋਕ ਪਾ ਰਹੇ ਤੇ ਫਿਰ ਅਸੀਂ ਇਹ ਰੋਸ ਨੂੰ ਇਹਦਾ ਰੋਹ ਦਾ ਲੈਵਲ ਤੇ ਵੇਖੀਏ ਨਾ ਕੀ ਹੈਗਾ। ਪੰਜਾਬ ਦੇ ਵਿੱਚ ਇਹਨਾਂ ਦਾ ਪੰਜਾਬ ਪ੍ਰਧਾਨ ਦੀ ਕੋਈ ਰੋਲ ਵੇਖਿਆ ਉਹਦੇ ਤੁਸੀਂ? ਕਿਤੇ ਨਹੀਂ ਹੈਗੇ ਪਿਕਚਰ 'ਚ। ਇਹ ਤੇ ਇੱਥੇ ਵਰਚੁਅਲ ਮੀਟਿੰਗਾਂ ਕਰਦੇ ਪਏ, ਹੋਰ ਕੁਝ ਨਹੀਂ ਆ। ਇਹਨਾਂ ਦੀ ਡਿਊਟੀ ਆ, ਪੰਜਾਬ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਲੀਡਰ ਆ ਇਹਨਾਂ ਦੀ ਡਿਊਟੀ ਆ ਕਿਸਾਨਾਂ ਨਾਲ ਹੀ ਆ ਨਾ। ਇਹ ਸਾਡੇ ਭਰਾ ਹੀ ਆ ਨਾ, ਉਹੀ ਲੋਕ ਆ ਨਾ, ਉਹੀ ਆ ਕੇ ਧਰਨੇ ਤੇ ਬਹਿ ਗਏ ਵੀ ਸਾਡਾ ਬੀਜੇਪੀ ਉੱਤੋਂ ਕਰਦੀ ਨਹੀਂ ਬਈ, ਤੁਸੀਂ ਬੀਜੇਪੀ ਦੇ ਲੀਡਰ ਜੇ ਸਾਡਾ ਮਸਲਾ ਹੱਲ ਕਰਾਓ। ਤੇ ਜ਼ਿੰਮੇਵਾਰੀ ਕਿਹਦੀ ਆ? ਉਹਨਾਂ ਵਿਚਾਰਿਆਂ ਦੀ ਤਾਂ ਕੋਈ ਸੁਣਵਾਈ ਨਹੀਂ। ਜਿਨ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਉਹ ਆਪਣੇ ਆਪ ਨੂੰ ਉਸ ਲੈਵਲ ਤੇ ਨਹੀਂ ਸਮਝਦੇ, ਫਿਰ ਉਹਨਾਂ ਵਿਚਾਰਿਆਂ ਨੂੰ ਕਿਉਂ ਮਰਵਾਉਣ ਡਿਆ? ਫਿਰ ਉਹਨਾਂ ਨੂੰ ਕਹਿ ਦੇਣਾ ਵੀ ਤੁਸੀਂ ਕਹੋ ਜੀ ਅਸੀਂ ਹੈ ਨਹੀਂ ਗੇ ਇੱਥੇ, ਅਸੀਂ ਬੀਜੇਪੀ ਦਾ ਸਾਡਾ ਲੈਣਾ ਦੇਣਾ ਨਹੀਂ ਕੋਈ। ਜਿਹੜੇ ਲੀਡਰ ਮੌਜੂਦਾ ਲੀਡਰ ਨੇ ਜਿਹੜੇ ਹੱਕ ਦੀ ਗੱਲ ਕਰ ਰਹੇ ਆ, ਕਹਿ ਰਹੇ ਨੇ ਕਿ ਸਰਕਾਰ ਨੇ ਜੋ ਕੀਤਾ ਸਹੀ ਕੀਤਾ। ਕਿਸਾਨ ਜਿਹੜੇ ਉਹ ਤੁੱਛ ਜੇ ਥੋੜ੍ਹੇ ਜਿਹੇ ਕਿਸਾਨ ਬੈਠੇ, ਉਹਨਾਂ ਦਾ ਕੋਈ ਰੋਲ ਨਹੀਂ ਹੈ, ਉਹ ਕਿਸਾਨ ਹੈਗੇ ਨਹੀਂ ਹੈ। ਤਾਂ ਲੱਗਦਾ ਨਹੀਂ ਕਿ ਉਹ ਤੁਹਾਡੇ ਖਿਲਾਫ ਹੀ ਹੁਣ ਆਵਾਜ਼ ਚੁੱਕਣਗੇ ਵੀ ਇਹ ਗਲਤ ਕਰਦੇ ਪਏ? ਮੈਂ ਖੁਦ ਵੀ ਸ਼ੁਰੂ ਦੇ ਵਿੱਚ ਮੈਨੂੰ ਨਾ ਡਿਬੇਟ ਤੇ ਭੇਜਿਆ, ਮੈਂ ਵੀ ਕੋਸ਼ਿਸ਼ ਕਰਕੇ ਵੇਖੀ, ਫਿਰ ਮੈਂ ਡਿਬੇਟ ਤੇ ਜਾਣਾ ਬੰਦ ਕਰਤਾ। ਵੀ ਜਦੋਂ ਮੈਂ ਨਾ ਵੀ ਅਸੀਂ ਬਾਰ-ਬਾਰ ਇਹ ਗੱਲ ਕਹੀ ਜਾਂਦੇ ਆ, ਉਹ ਆਂਦੇ ਨਹੀਂ ਸਾਨੂੰ ਸੂਟ ਕਰਦੇ ਯਾਰ, ਤੁਸੀਂ ਕਿਉਂ ਸਾਨੂੰ ਧੱਕੇ ਨਾਲ ਸਾਡੇ ਲਾਗੂ ਕਰਦੇ? ਬਿਹਾਰੀ ਬਿਹਾਰ ਦੀ ਗੱਲ ਕਰਦਾ, ਬੰਗਾਲੀ ਬੰਗਾਲ ਦੀ ਗੱਲ ਕਰਦਾ, ਯੂਪੀ ਵਾਲਾ ਯੂਪੀ ਦੀ ਗੱਲ ਕਰਦਾ, ਤੇ ਪੰਜਾਬੀ ਪੰਜਾਬ ਦੀ ਗੱਲ ਕਿਉਂ ਨਾ ਕਰੇ? ਅਸੀਂ ਕਿਉਂ ਨਾ ਆਪਣੇ ਲੋਕਾਂ ਦੇ ਨਾਲ ਖਲੋਈਏ? ਸਾਡੀ ਰੋਟੀ ਬੇਟੀ ਦੀ ਸਾਂਝ, ਸਾਡੀ ਦੁੱਖ ਸੁੱਖ ਦੀ ਸਾਂਝ, ਸਾਡੀ ਵਪਾਰਕ ਸਾਂਝ। ਅੱਜ ਕੱਲ੍ਹ ਨਾ ਸਾਡੇ ਕੁਛ ਇਹ ਵੀ ਹਿਸਾਬ ਹੋ ਗਿਆ ਵਾ, ਜਿੰਨਾ ਕੋਈ ਏਡੀ ਸਿਕਿਉਰਿਟੀ ਆ ਵੀ ਇਹ ਤੇ ਮੈਡਲ ਗਿਣਦੇ ਆ ਵੀ ਮੈਨੂੰ 4 ਵਾਰੀ ਕਿਸਾਨਾਂ ਨੇ ਘੇਰਿਆ, ਕੋਈ ਆਂਦਾ ਮੈਨੂੰ 5 ਵਾਰੀ ਘੇਰਿਆ। ਇਹਨਾਂ ਵਾਸਤੇ ਮੈਡਲ ਆ, ਇਹੀ ਜਾ ਕੇ ਉੱਥੇ ਦੱਸਦੇ ਆ ਵੀ ਸਾਨੂੰ ਕਿਸਾਨਾਂ ਨੇ ਘੇਰ ਲਿਆ ਜੀ, ਅਸੀਂ ਇੱਧਰ ਨੂੰ ਐਂ ਹੋ ਗਿਆ ਜਿਉਂ ਹੋ ਗਿਆ। ਉਹ ਸਿਕਿਉਰਿਟੀਆਂ ਇਸੇ ਕਰਕੇ ਨਹੀਂ। ਦੋਸਤੋ 6 ਮਹੀਨੇ ਹੋ ਚੁੱਕੇ ਨੇ, ਕਿਸਾਨ ਸੜਕਾਂ ਦੇ ਉੱਤੇ ਰੁਲ ਰਹੇ ਨੇ, ਕਿਸਾਨ ਰੇਲਵੇ ਟਰੈਕਾਂ ਦੇ ਉੱਤੇ ਬੈਠੇ ਨੇ, ਤਾਂ ਬੜੀਆਂ ਆਵਾਜ਼ਾਂ ਬੁਲੰਦ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ। ਹਰ ਕੋਈ ਕਿਸਾਨ ਦੇ ਨਾਲ ਖੜਾ ਹੋਣਾ ਚਾਹੁੰਦਾ ਹੈ, ਹਰ ਸਿਆਸੀ ਚਿਹਰਾ ਕਿਸਾਨ ਦੇ ਨਾਲ ਖੜਾ ਹੋਣਾ ਚਾਹੁੰਦਾ, ਸਿਵਾਏ ਇੱਕ ਤੋਂ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਲੀਡਰ ਨੇ, ਹਰ ਕੋਈ ਇਹੋ ਜਤਾਨ 'ਚ ਲੱਗਾ ਹੈ ਕਿ ਇਹ ਜਿਹੜੇ ਕਾਨੂੰਨ ਸਰਕਾਰ ਵੱਲੋਂ ਲਾਗੂ ਕੀਤੇ ਗਏ ਨੇ ਉਹ ਤੁਹਾਡੇ ਵਾਸਤੇ ਲਾਹੇਮੰਦ ਨੇ। ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ। ਤਾਂ ਅੱਜ ਇੱਕ ਭਾਰਤੀ ਜਨਤਾ ਪਾਰਟੀ ਦਾ ਵੱਡਾ ਚਿਹਰਾ ਸਾਹਮਣੇ ਆਇਆ ਜਿਹੜਾ ਕਿ ਕਹਿ ਰਿਹਾ ਕਿ ਇਹ ਕਾਨੂੰਨ ਵਾਕਈ ਸ਼ਾਇਦ ਕਿਸਾਨਾਂ ਵਾਸਤੇ ਲਾਹੇਮੰਦ ਨਹੀਂ ਹੈ। ਤਾਂ ਆਵਾਜ਼ ਬੁਲੰਦ ਕੀਤੀ ਹੈ। ਸਾਡੇ ਨਾਲ ਜ਼ਿਆਦਾ ਗੱਲਬਾਤ ਕਰਨ ਵਾਸਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਮੌਜੂਦ ਨੇ। ਜੋਸ਼ੀ ਸਾਹਿਬ, ਬੜੀ ਵੱਡੀ ਗੱਲ ਹੈ ਕਿ 6 ਮਹੀਨੇ ਬਾਅਦ ਵੀ ਸੁਣਵਾਈ ਕੋਈ ਨਹੀਂ ਕੀਤੀ ਗਈ। ਅਜੇ ਤੱਕ ਰੁਲਦੇ ਪਏ ਨੇ, 500 ਤੱਕ ਸ਼ਹੀਦ ਹੋ ਗਏ ਨੇ ਕਿਸਾਨ, ਪਰ ਗੱਲਬਾਤ ਨਹੀਂ ਸੁਣੀ ਜਾ ਰਹੀ। ਕੀ ਕਹਿਣਾ ਚਾਹੁੰਦੇ ਹੋ? ਚਲੋ ਪਹਿਲਾਂ ਤਾਂ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਜਿਹੜੇ ਕਿਸਾਨ ਸ਼ਹੀਦ ਹੋਏ ਉੱਥੇ ਬਾਰਡਰਾਂ ਤੇ। ਬਾਕੀ ਮੇਰਾ ਖਿਆਲ ਹੈ ਵੀ ਇਹ ਨੈਗਲੀਜੈਂਸੀ ਜਿਹੜੀ ਹੈ ਨਾ ਪੰਜਾਬ ਬੀਜੇਪੀ ਕੋਲੋਂ ਉਸ ਲੈਵਲ ਤੇ ਹੋਈ ਹੈ ਜਦੋਂ ਇਹ ਬਹੁਤ ਸੌਖੇ ਤਰੀਕੇ ਨਾਲ ਹੱਲ ਹੋ ਸਕਦਾ ਸੀ। ਪੰਜਾਬ ਦੇ ਵਿੱਚ ਸੀ ਤੇ ਪੰਜਾਬ ਦੇ ਟੋਲ ਬੈਰੀਅਰਾਂ ਤੇ ਸਟੇਸ਼ਨਾਂ ਤੇ ਬੈਠੇ ਸੀ। ਉਸ ਟਾਈਮ ਦੇ ਉੱਤੇ ਇਨੀਸ਼ੀਏਟਿਵ ਲਿਆ ਜਾਂਦਾ, ਉਸ ਟਾਈਮ ਤੇ ਗੱਲਬਾਤ ਚੱਲਦੀ ਤੇ ਇਹ ਬੜੇ ਸੋਹਣੇ ਤਰੀਕੇ ਨਾਲ ਸਹੀ ਟਾਈਮ ਤੇ ਨਿਬੜ ਜਾਣਾ ਸੀ। ਪਰ ਸ਼ਾਇਦ ਉਹ ਅੰਡਰ ਐਸਟੀਮੇਟ ਕੀਤਾ ਉਹਨਾਂ ਨੇ ਪ੍ਰੋਪਰ ਗੱਲ ਦਿੱਲੀ 'ਚ ਨਹੀਂ ਪਹੁੰਚਾਈ। ਲੋਕਾਂ ਦੀ ਭਾਵਨਾ, ਪੰਜਾਬ ਦੇ ਲੋਕਾਂ ਦੀ ਭਾਵਨਾ ਇਹ ਇਸੇ ਕਹਿਣ 'ਚ ਲੱਗੇ ਰਿਹਾ ਵੀ ਫਲਾਨੇ ਬੈਠੇ ਆ, ਉਹ ਬੈਠੇ ਆ, ਬੈਠੇ ਉਹਨਾਂ ਨੂੰ ਵੱਖਰੇ ਵੱਖਰੇ ਨਾਂ ਦੇ ਕੇ ਕਿਸਾਨ ਹੈ ਹੀ ਨਹੀਂ ਗੇ। ਜਦ ਕਿ ਮੈਂ ਸਮਝਦਾ ਕਿ ਮੈਂ ਇਹਨਾਂ ਨੂੰ 7 ਮਹੀਨਿਆਂ ਤੋਂ ਉਦੋਂ ਵੀ ਇੱਥੇ ਹੀ ਸੀ ਇਹ ਕਹਿੰਦਾ ਰਿਹਾ ਵੀ ਪੰਜਾਬ ਸਿਰਫ ਇਹ ਨਹੀਂ ਹੈ ਜਿਹੜੇ ਬਾਰਡਰ ਤੇ ਬੈਠੇ ਆ, ਉਸ ਤੋਂ ਬਾਅਦ ਬਾਰਡਰ ਤੇ ਚੱਲ ਗਏ ਜਾਂ ਜਿਹੜੇ ਇੱਥੇ ਬੈਠੇ ਆ ਉਹ ਨਹੀਂ, ਜਿਹੜੇ ਨਹੀਂ ਗਏ ਉਹਨਾਂ ਦੇ ਮਨ 'ਚ ਵੀ ਰੋਸ ਆ। ਉਹ ਵੀ ਚਾਹੁੰਦੇ ਆ ਵੀ ਇਹ ਵਿਚਾਰੇ ਕਿਸਾਨ ਜਿਹੜੇ ਆ, ਜਿਹੜੇ ਸਾਡੇ ਭਾਈ ਭਰਾ ਵਾ, ਸਾਡੀਆਂ ਧੀਆਂ ਭੈਣਾਂ, ਸਾਡੀਆਂ ਮਾਤਾਵਾਂ ਜਿਹੜੀਆਂ ਵਾ ਉੱਥੇ ਬਾਰਡਰਾਂ ਤੇ ਜਾ ਕੇ ਬਹਿ ਗਈਆਂ, ਉਹਨਾਂ ਦੇ ਮਨ 'ਚ ਵੀ ਰੋਸ ਆ। ਸਾਨੂੰ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਇਹ ਮਸਲਾ ਹੱਲ ਕਰਵਾਉਣਾ ਚਾਹੀਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦਿੱਲੀ 'ਚ, ਤੇ ਕਿਸੇ ਨੇ ਨਹੀਂ ਆਖਣਾ ਵੀ ਆਪਾਂ ਅਕਾਲੀ ਦਲ ਨੂੰ ਕਹੀਏ ਜਾਂ ਆਮ ਪਾਰਟੀ ਨੂੰ ਕਹੀਏ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਮੂੰਹ ਵਾਲੀ ਵੇਖਣਾ ਵੀ ਇਹਨਾਂ ਦੀ ਲੀਡਰਸ਼ਿਪ ਜਾਵੇ, ਸਾਡੀ ਗੱਲ ਕਰਾਵੇ, ਸਾਡਾ ਮਸਲਾ ਹੱਲ ਕਰਾਵੇ। ਤੇ ਫਿਰ ਅਸੀਂ ਇਹੀ ਕਹੀ ਗਏ ਆਮਦਨ ਦੁੱਗਣੀ ਕਰਨ ਵਾਸਤੇ ਲਿਆਂਦੇ, ਆਮਦਨ ਦੁੱਗਣੀ ਕਰਨ ਵਾਸਤੇ ਜੋ ਦਿੱਲੀ ਆਉਂਦੇ ਸੀ ਉਹ ਆਪਾਂ ਕਹੀ ਗਏ, ਇੱਥੇ ਸਾਡੀ ਲੀਡਰਸ਼ਿਪ ਕਹੀ ਗਈ। ਜਦੋਂ ਕੋਈ ਇਹ ਚਾਹੁੰਦਾ ਨਹੀਂ ਸਾਡੀ ਆਮਦਨ ਦੁੱਗਣੀ, ਜੇ ਨਹੀਂ ਉਹਨਾਂ ਨੂੰ ਸਮਝ ਆਈ ਵੀ ਸਾਡੀ ਆਮਦਨ ਇਹਦੇ ਨਾਲ ਦੁੱਗਣੀ ਹੋਣੀ ਆ, ਤੇ ਫਿਰ ਉਹਨਾਂ ਨੂੰ ਪੁੱਛ ਲਿਆ ਜਾਵੇ ਵੀ ਇਹਦੇ ਨਾਲ ਨਹੀਂ ਹੋਣੀ ਤੁਹਾਡੀ ਇਹਨਾਂ ਐਕਟਾਂ ਦੇ ਨਾਲ, ਤੇ ਤੁਸੀਂ ਦੱਸ ਦਿਓ ਕਿਸ ਤਰ੍ਹਾਂ
ਦੁੱਗਣੀਆਂ ਹੋ ਗਈਆਂ, ਉਹ ਜਿਹੇ ਤਰੀਕੇ ਨਾਲ ਬਣਾ ਦਿੰਦੇ ਆ। ਇਸ ਕਰਕੇ ਦੋਵੇਂ ਪਾਸੇ ਬੈਠ ਕੇ ਟਾਈਮਲੀ ਜੇ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਪਾਵਰ ਵੱਧ ਗਈ, ਦਿੱਲੀ ਸਿੰਘੂ ਬਾਰਡਰ ਤੇ ਚਲ ਗਈ, ਉਧਰੋਂ ਟਿੱਕਰੀ ਬਾਰਡਰ ਤੇ ਹਰਿਆਣਾ ਵੀ ਆ ਗਿਆ, ਯੂਪੀ ਵੀ ਆ ਗਈ, ਪੰਜਾਬ ਵੀ ਆ ਗਿਆ, ਰਾਜਸਥਾਨ ਵੀ ਆ ਗਿਆ, ਤਾਕਤ ਵੀ ਵੱਧ ਗਈ, ਡਿਮਾਂਡਸ ਵੀ ਵੱਧ ਗਈਆਂ ਕਿਸਾਨਾਂ ਦੀਆਂ, ਉਲਝਣਾਂ ਹੋਰ ਵੱਧ ਗਈਆਂ, ਈਗੋ ਹੋਰ ਵੱਧ ਗਈ। ਤੇ ਤੇ ਜਦੋਂ ਅਸੀਂ ਨਹੀਂ ਰੋਕ ਪਾਏ, ਲਾਲ ਕਿਲੇ ਵੀ ਚਲੇ ਗਏ, ਅਸੀਂ ਨਹੀਂ ਰੋਕ ਪਾਉਂਦੇ ਕੋਵਿਡ ਦੇ ਵਿੱਚ ਇੰਨੀ ਜਨਤਾ ਜਿਹੜੀ ਆ ਇਕੱਠੀ ਹੋ ਕੇ ਜਾਂਦੀ ਹੈ, ਜਦਕਿ ਜੋ ਪ੍ਰੋਟੋਕੋਲ ਕੋਵਿਡ ਦੇ ਜੋ ਇਹਨਾਂ ਨੇ ਨੋਰਮਸ ਬਣਾਏ ਵੀ ਇੰਨੇ ਬੰਦਿਆਂ ਤੋਂ ਵੱਧ ਇਕੱਠੇ ਨਾ ਹੋਣ, ਤੇ ਅਸੀਂ ਉਹਨਾਂ ਨੂੰ ਰੋਕ ਨਹੀਂ ਨਾ ਪਾਉਂਦੇ। ਕਿਸਾਨਾਂ ਨੂੰ ਆਪਣੀ ਜਾਨ ਜੋਖਮ 'ਚ ਪਾ ਕੇ ਇਕੱਠੇ ਹੋ ਕੇ ਜਾਂਦੇ ਹੀ ਲੱਖਾਂ ਦੀ ਗਿਣਤੀ ਦੇ ਵਿੱਚ। ਜਦੋਂ ਅਸੀਂ ਰੋਕ ਹੀ ਨਹੀਂ ਪਾ ਰਹੇ, ਨਾ ਦਿੱਲੀ ਵੜ ਨੂੰ ਰੋਕ ਪਾਏ, ਨਾ ਅਸੀਂ ਕਿਸਾਨਾਂ ਨੂੰ ਜਿਹੜਾ ਵਾ ਇਕੱਠ ਕਰਨ ਤੋਂ ਰੋਕ ਪਾਏ। ਹਰਿਆਣੇ ਦੇ ਵਿੱਚ ਸੀਐਮ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਜਾਂਦਾ, ਉਹਨੂੰ ਸਭਾ ਨਹੀਂ ਕਰਨ ਦਿੱਤੀ ਜਾਂਦੀ, ਬੀਜੇਪੀ ਦੇ ਕਿਸੇ ਲੀਡਰ ਨੂੰ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਂਦਾ, ਅਸੀਂ ਕਿਤੇ ਨਹੀਂ ਰੋਕ ਪਾ ਰਹੇ। ਤੇ ਫਿਰ ਅਸੀਂ ਇਹ ਰੋਸ ਨੂੰ, ਇਹਦਾ ਰੋਹ ਦਾ ਲੈਵਲ ਤੇ ਵੇਖੀਏ ਨਾ ਕੀ ਹੈਗਾ। ਤੇ ਜੇ ਅੱਜ ਵੀ ਫਿਰ ਤਾਂ ਪੋਲੀਟੀਕਲ ਅਕਸ਼ਮਤਾ ਹੀ ਆ ਜਿਹਨੂੰ ਮੈਂ ਕਹੂੰਗਾ ਵੀ ਅੱਜ ਵੀ ਅੰਡਰ ਐਸਟੀਮੇਟ ਆਪਾਂ ਕਰੀਏ ਕਿ ਜੇ ਇੰਨਾ ਕੁਝ ਹੋ ਰਿਹਾ ਵਾ, ਅੱਜ ਵੀ ਆਪਾਂ ਸੋਚਦੇ ਪਏ ਹਾਂ ਫਲਾਨਾ ਬੈਠਾ, ਕਿਸਾਨ ਤੇ ਬੈਠੇ ਨਹੀਂ, ਕਿਸਾਨ ਤੇ ਕੰਮ ਕਰਦੇ ਪਏ ਆ, ਤੇ ਇਹ ਮੇਰਾ ਖਿਆਲ ਮੰਦਬੁੱਧੀ ਵਾਲੀ ਗੱਲ ਹੋਊਗੀ। ਸਭ ਤੋਂ ਵੱਡਾ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਕਿ ਪੰਜਾਬ ਤੋਂ ਸ਼ੁਰੂਆਤ ਹੋਈ ਸੀ, ਤਾਂ ਜਦੋਂ ਪੰਜਾਬ ਤੋਂ ਸ਼ੁਰੂਆਤ ਹੋਈ ਆ ਤਾਂ ਜਿਹੜੇ ਲੀਡਰ ਭਾਰਤੀ ਜਨਤਾ ਪਾਰਟੀ ਜਿਹੜੇ ਲੀਡਰ ਨੇ, ਜਿਹੜੇ ਕਹਿੰਦੇ ਨੇ ਕਿ ਸਾਡੀ ਉੱਪਰ ਤੱਕ ਚੱਲਦੀ ਹੈ, ਦਿੱਲੀ ਤੱਕ ਚੱਲਦੀ ਹੈ, ਅਸੀਂ ਜੋ ਕਹਿੰਦੇ ਉਹ ਕਰ ਹੋ ਜਾਏਗਾ, ਤਾਂ ਉਹਨਾਂ ਵੱਲੋਂ ਸਵਾਲ ਕਿਉਂ ਚੁੱਕੇ ਗਏ? ਉਹਨਾਂ ਵੱਲੋਂ ਕਿਉਂ ਨਹੀਂ ਗੱਲ ਕੀਤੀ ਗਈ ਕਿ ਉਹਨਾਂ ਦੀ ਚੱਲਦੀ ਨਹੀਂ ਆ, ਜਾਂ ਫਿਰ ਉਹਨਾਂ ਵੱਲੋਂ ਸ਼ੁਰੂਆਤ ਹੀ ਨਹੀਂ ਕੀਤੀ? ਸੁਖਚੈਨ ਜੀ, ਨਹੀਂ ਚੱਲਦੀ। ਪਹਿਲੀ ਗੱਲ ਤੇ ਮੇਰਾ ਖਿਆਲ ਪੰਜਾਬ ਦੀ ਜਿਹੜੀ ਲੀਡਰਸ਼ਿਪ ਸੀ, ਜਿਹੜਾ ਪ੍ਰਧਾਨ ਜਾਂ ਇਹਦੇ ਨਾਲ 2 ਜਨਰਲ ਸੈਕਟਰੀ ਤੇ ਇੱਕ ਜਨਰਲ ਸੈਕਟਰੀ ਛੱਡ ਕੇ ਚੱਲ ਗਿਆ ਸ਼ੁਰੂ 'ਚ, ਤੇ ਬਾਕੀ ਜਿਹੜਾ ਇਹਨਾਂ ਨੇ ਜੋ ਵੀ ਤਾਣਾ ਬਾਣਾ ਉੱਤੇ ਬੁਣਿਆ ਨਾ, ਇਹਨਾਂ ਦੀ ਪੋਲੀਟੀਕਲ ਵਿਲ ਹੀ ਨਹੀਂ ਇਹਨਾਂ ਦੇ ਅੰਦਰ ਹੋ ਗਈ। ਇਹਨਾਂ ਨੂੰ ਇੰਨਾ ਕੌਨਫੀਡੈਂਸ ਹੀ ਨਹੀਂ ਆਪਣੇ ਆਪ ਤੇ ਹੈਗਾ ਵੀ ਅਸੀਂ, ਸਾਡਾ ਲੈਵਲ ਹੈਗਾ ਕਿ ਅਸੀਂ ਦਿੱਲੀ ਜਾ ਕੇ ਆਪਣੇ ਲੀਡਰਾਂ ਨਾਲ, ਮੋਦੀ ਸਾਹਿਬ ਨਾਲ, ਅਮਿਤ ਸ਼ਾਹ ਨਾਲ, ਜਾਂ ਜਿਹੜੀ ਲੀਡਰਸ਼ਿਪ ਹੈ ਉਹਨਾਂ ਗੱਲ ਕਰ ਸਕਦੇ ਹਾਂ, ਹਵਾ 'ਚ ਹੀ ਤੀਰ ਨੇ ਵੀ ਗੱਲ ਕਰ ਸਕਦੇ ਹਾਂ ਵੀ ਇਹਨਾਂ ਨੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੋ। ਇਹਨਾਂ ਦੇ ਵਿੱਚ ਇਹ ਪੋਲੀਟੀਕਲ ਵਿਲ ਹੈ ਹੀ ਨਹੀਂ ਗੀ। ਇਹ ਆਪਣੇ ਆਪ ਨੂੰ ਮਤਲਬ ਜਿਹੜਾ ਅਕਸ਼ਮ ਸਮਝਦੇ ਰਹੇ ਆ। ਇਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਜੋ ਉੱਥੋਂ ਕਹਿੰਦੇ ਰਹੇ ਦਵਾ ਦਵ ਉਹੀ ਤੋਤਿਆਂ ਨੂੰ ਬੋਲੀ ਗਿਆ, ਤੇ ਇਹਨਾਂ ਨੂੰ ਮੇਰਾ ਖਿਆਲ ਆ ਵੀ ਇਹ ਅਹਿਸਾਸ ਹੀ ਨਹੀਂ ਹੋਇਆ ਵੀ ਇਹ ਸਾਡੀ ਡਿਊਟੀ ਆ ਵੀ ਪੰਜਾਬ ਯੂਨਿਟ ਜਿਹੜਾ ਉਹੀ ਸਹੀ ਫੀਡਬੈਕ ਦੇ ਸਕਦਾ, ਕਿਉਂਕਿ ਪੰਜਾਬ 'ਚ ਉੱਠਿਆ ਹੈ ਗੁਬਾਰ ਹੈ। ਤੇ ਜਦੋਂ ਨਹੀਂ ਦਿੱਤਾ, ਇਹ ਆਪਣੇ ਆਪ ਦਾ ਲੈਵਲ ਹੀ ਨਹੀਂ ਸਮਝਦੇ ਰਹੇ, ਤੇ ਉਹ ਖਲਾਰਾ ਪੈ ਗਿਆ। ਫਿਰ ਉਹਨਾਂ ਨੇ ਸਿੱਧੀ ਤੇ ਗੱਲ ਕਰ ਲਈ ਕਿਸਾਨਾਂ ਨਾਲ, ਕਿਸਾਨਾਂ ਨੂੰ ਬੁਲਾ ਲਿਆ ਸਿੱਧਾ, ਕਿਸਾਨ ਸਿੱਧੀ ਸੈਂਟਰ ਨਾਲ ਗੱਲ ਕਰਦੇ ਰਹੇ, ਪਰ ਇਹ ਤਾਂ ਕਿਤੇ ਨਹੀਂ ਹੈਗੇ ਉੱਥੇ ਪਿਕਚਰ 'ਚ। ਲੀਡਰ ਨਾਮ ਮੰਨੀਏ ਫਿਰ ਇਹਨਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਦਾ ਪੰਜਾਬ ਪ੍ਰਧਾਨ ਦੀ ਕੋਈ ਰੋਲ ਵੇਖਿਆ ਉਹਦੇ ਤੁਸੀਂ? ਕਿਤੇ ਨਹੀਂ ਹੈਗੇ ਪਿਕਚਰ 'ਚ। ਇਹ ਤੇ ਇੱਥੇ ਵਰਚੁਅਲ ਮੀਟਿੰਗਾਂ ਕਰਦੇ ਪਏ, ਹੋਰ ਕੁਛ ਨਹੀਂ ਆ। ਇਹਨਾਂ ਦੀ ਡਿਊਟੀ ਆ, ਪੰਜਾਬ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਲੀਡਰ, ਇਹਨਾਂ ਦੀ ਡਿਊਟੀ ਆ ਸਾਡੇ ਅਬੋਹਰ ਵਾਲੇ MLA ਦੇ ਕੱਪੜੇ ਲਾਤੇ ਗਏ। ਸਾਡੇ ਹੋਰ ਬਹੁਤ ਸਾਰੇ ਲੀਡਰ ਆ ਜਿਨ੍ਹਾਂ ਦੇ ਘਰਾਂ ਦੇ ਅੱਗੇ 3-3 4-4 ਮਹੀਨਿਆਂ ਤੋਂ ਕਿਸਾਨ 6-6 ਮਹੀਨੇ ਤੋਂ ਧਰਨਾ ਲਾ ਕੇ ਬੈਠੇ ਆ। ਕੰਮ ਕਾਰ ਕਰਨਾ, ਕੰਮ ਜਿਹੜੇ ਆ ਉਹਨਾਂ ਦਾ ਬੇੜਾ ਗਰਕ ਹੋ ਗਿਆ, ਉਹਨਾਂ ਦਾ ਸੋਸ਼ਲ ਸਿਸਟਮ ਦਾ ਬੇੜਾ ਗਰਕ ਹੋ ਗਿਆ। ਉਹੋ ਹੀ ਭਾਈਚਾਰਾ, ਉਹੋ ਹੀ ਆ ਕੇ ਸਾਡੀ ਦੁਕਾਨਦਾਰੀ, ਸਾਡੇ ਵਪਾਰ, ਕਿਉਂਕਿ ਐਗਰੀਕਲਚਰ ਸਟੇਟ ਆ, ਕਿਸਾਨਾਂ ਨਾਲ ਹੀ ਆ ਨਾ, ਇਹ ਸਾਡੇ ਭਰਾ ਹੀ ਆ ਨਾ, ਉਹੀ ਲੋਕ ਆ ਨਾ, ਉਹੀ ਆ ਕੇ ਧਰਨੇ ਤੇ ਬਹਿ ਗਏ ਸਾਡਾ ਬੀਜੇਪੀ ਉੱਤੋਂ ਕਰਦੀ ਨੇ, ਬਈ ਤੁਸੀਂ ਬੀਜੇਪੀ ਦੇ ਲੀਡਰ ਜੇ ਸਾਡਾ ਮਸਲਾ ਹੱਲ ਕਰਾਓ। ਤੇ ਜ਼ਿੰਮੇਵਾਰੀ ਕਿਹਦੀ ਆ? ਉਹਨਾਂ ਵਿਚਾਰਿਆਂ ਦੀ ਤਾਂ ਕੋਈ ਸੁਣਵਾਈ ਨਹੀਂ। ਜਿਨ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਉਹ ਆਪਣੇ ਆਪ ਨੂੰ ਉਸ ਲੈਵਲ ਤੇ ਨਹੀਂ ਸਮਝਦੇ, ਤੇ ਫਿਰ ਉਹਨਾਂ ਵਿਚਾਰਿਆਂ ਨੂੰ ਕਿਉਂ ਮਰਵਾਉਣ ਡਿਆ? ਫਿਰ ਉਹਨਾਂ ਨੂੰ ਕਹਿ ਦੇਣਾ ਵੀ ਤੁਸੀਂ ਕਹੋ ਜੀ ਅਸੀਂ ਹੈ ਨਹੀਂ ਗੇ ਇੱਥੇ, ਅਸੀਂ ਬੀਜੇਪੀ ਦਾ ਸਾਡਾ ਲੈਣਾ ਦੇਣਾ ਨਹੀਂ ਕੋਈ। ਉਹਨਾਂ ਨੂੰ ਕਿਉਂ ਪ੍ਰਤਾੜਿਤ ਕਰਾਉਂਦੇ ਪਏ ਆ? ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਧੀਆਂ ਭੈਣਾਂ ਨੂੰ ਕਿਉਂ ਪ੍ਰਤਾੜਿਤ ਕਰਾਉਂਦੇ ਪਏ ਆ? ਕਿਉਂਕਿ ਘਰ ਪ੍ਰਾਹੁਣਾ ਵੀ ਆ ਜਾਏ ਨਾ ਕੋਈ 5-4 ਦਿਨ, ਤੇ ਉਹਨੂੰ ਲੋਕੀ ਇਹਦੇ ਹੱਥ ਜੋੜੀ, ਇਹਨੂੰ 4-5 ਦਿਨ ਹੋ ਗਿਆ, ਇਹ ਜਾਵੇ ਹੈਂ। ਤੇ ਜਿਹੜੇ 6-6 ਮਹੀਨਿਆਂ ਤੋਂ ਉਹ ਘਰਾਂ ਦੇ ਸਾਹਮਣੇ ਫਰੰਟ ਦੇ ਉੱਤੇ ਬੈਠੇ ਆ, ਸਪੀਕਰ ਲਾਏ ਆ, ਨਾਅਰੇ ਵੀ ਲੱਗਦੇ ਆ ਹੈਂ, ਕਿੰਨੇ ਪ੍ਰਤਾੜਿਤ ਹੋਣਗੇ ਉਹ ਘਰਾਂ ਵਾਲੇ ਲੋਕ ਬੀਜੇਪੀ ਦੇ। ਉਹੀ ਮੈਨੂੰ ਫੋਨ ਆਉਂਦੇ ਪਏ ਵੀ ਤੁਸੀਂ ਸਾਡੇ ਮਨ ਦੀ ਗੱਲ ਕੀਤੀ। 3 ਮਹੀਨੇ ਪਹਿਲਾਂ ਮੈਂ ਕਾਰਿਆਕਾਰਨੀ ਦੀ ਮੀਟਿੰਗ 'ਚ ਗੱਲ ਕੀਤੀ, ਉੱਥੇ ਮੈਨੂੰ ਸਾਰਿਆਂ ਨੇ ਆਖਿਆ ਵੀ ਤੁਸੀਂ ਸਾਡੇ ਮਨ ਦੀ ਗੱਲ ਕੀਤੀ, ਅਸੀਂ ਨਹੀਂ ਕਹਿ ਪਾਉਂਦੇ, ਨਾ ਹੀ ਇਹ ਸਾਡੀ ਸੁਣਦੇ ਆ, ਤੇ ਤੁਸੀਂ ਸਾਡੇ ਮਨ ਦੀ ਗੱਲ ਕੀਤੀ ਹੈ। ਆਵਾਜ਼ ਅਸੀਂ ਚੁੱਕ ਰਹੇ ਹਾਂ, ਜਿਹੜੇ ਲੀਡਰ ਮੌਜੂਦਾ ਲੀਡਰ ਨੇ, ਜਿਹੜੇ ਹੱਕ ਦੀ ਗੱਲ ਕਰ ਰਹੇ ਆ, ਕਹਿ ਰਹੇ ਨੇ ਕਿ ਸਰਕਾਰ ਨੇ ਜੋ ਕੀਤਾ ਸਹੀ ਕੀਤਾ। ਕਿਸਾਨ ਜਿਹੜੇ ਉਹ ਤੁੱਛ ਜੇ ਥੋੜ੍ਹੇ ਜਿਹੇ ਕਿਸਾਨ ਬੈਠੇ, ਉਹਨਾਂ ਦਾ ਕੋਈ ਰੋਲ ਨਹੀਂ ਹੈ, ਉਹ ਕਿਸਾਨ ਹੈਗੇ ਨਹੀਂ ਹੈ। ਤਾਂ ਲੱਗਦਾ ਨਹੀਂ ਕਿ ਉਹ ਤੁਹਾਡੇ ਖਿਲਾਫ ਹੀ ਹੁਣ ਆਵਾਜ਼ ਚੁੱਕਣਗੇ ਵੀ ਇਹ ਗਲਤ ਕਰਦੇ ਪਏ ਨੇ? ਕੌਣ ਚੁੱਕਣਗੇ? ਜਿਹੜੇ ਲੀਡਰ ਨੇ, ਜਿਹੜੇ ਤਾਂ ਬੀਜੇਪੀ ਸਾਡੀ ਆਪਣੀ ਪਾਰਟੀ ਦੇ। ਮੈਂ ਖੁਦ ਵੀ ਸ਼ੁਰੂ ਦੇ ਵਿੱਚ ਮੈਨੂੰ ਨਾ ਡਿਬੇਟ ਤੇ ਭੇਜਿਆ, ਮੈਂ ਵੀ ਕੋਸ਼ਿਸ਼ ਕਰਕੇ ਵੇਖੀ, ਫਿਰ ਮੈਂ ਡਿਬੇਟ ਤੇ ਜਾਣਾ ਬੰਦ ਕਰਤਾ। ਵੀ ਜਦੋਂ ਮੈਂ
ਨਾ ਵੀ ਅਸੀਂ ਬਾਰ-ਬਾਰ ਇਹ ਗੱਲ ਕਹੀ ਜਾਂਦੇ ਆ, ਉਹ ਆਂਦੇ ਨਹੀਂ ਸਾਨੂੰ ਸੂਟ ਕਰਦੇ ਯਾਰ, ਤੁਸੀਂ ਕਿਉਂ ਸਾਨੂੰ ਧੱਕੇ ਨਾਲ ਸਾਡੇ ਲਾਗੂ ਕਰਦੇ ਜੇ? ਤੇ ਫਿਰ ਸਾਡਾ ਇਹ ਫਰਜ਼ ਬਣਦਾ ਨਾ। ਮੈਂ ਅੱਗੇ ਵੀ ਕਿਹਾ ਵੀ ਅੱਜ ਕੱਲ ਘਰ 'ਚ ਬੱਚਾ ਜਿਹੜਾ ਨਾ, ਜਿਹੜੀ ਸਬਜ਼ੀ ਨਹੀਂ ਖਾਂਦਾ ਉਹਨੂੰ ਤੁਸੀਂ ਧੱਕੇ ਨਾਲ ਖਵਾ ਨਹੀਂ ਸਕਦੇ। ਉਹ ਆਖੂ ਜਾਓ ਮੈਂ ਰੋਟੀ ਵੀ ਨਹੀਂ ਖਾਂਦਾ, ਤੁਸੀਂ ਸਬਜ਼ੀ ਦੀ ਗੱਲ ਕਰਦੇ ਜੇ। ਤੇ ਫਿਰ ਜੇ ਨਹੀਂ ਉਹ ਖਾਂਦਾ ਤੇ ਉਹੀ ਪੈਸੇ ਖਰਚ ਕੇ ਸਬਜ਼ੀ ਬਣਾਈ ਜਿਹੜੀ, ਉਹਦੀ ਬਜਾਏ ਜਿਹੜੀ ਖਾਂਦਾ ਉਹ ਬਣਾ ਲਿਆ ਨਾ, ਉਹ ਬਣਾ ਲਈ ਜਾਵੇ। ਹੈ ਜੇ ਉਹਨਾਂ ਨੂੰ ਨਹੀਂ ਸੂਟ ਨਹੀਂ ਆਉਂਦੇ ਵੀ ਇਹਨਾਂ ਨਾਲ ਆਮਦਨ ਦੁੱਗਣੀ ਹੁੰਦੀ, ਨਹੀਂ ਉਹਨਾਂ ਨੂੰ ਸੂਟ ਕਰਦੇ ਕੰਟਰੈਕਟ ਫਾਰਮਿੰਗ ਜਿਹੜੀ ਆ, ਜਿਹੜੀ ਕਾਰਪੋਰੇਟਸ ਵੱਲੋਂ ਹੋਣੀ ਆ, ਤੇ ਫਿਰ ਆਪਾਂ ਉਹਨਾਂ ਨੂੰ ਪੁੱਛ ਲਈਏ ਵੀ ਅਸੀਂ ਕੰਟਰੈਕਟ ਫਾਰਮਿੰਗ ਜਾਂ ਡਿਵਰਸੀਫਿਕੇਸ਼ਨ ਜਾਣਾ ਚਾਹੁੰਦੀ ਹੈ ਸਰਕਾਰ। ਸਾਡੇ ਕੋਲ ਝੋਨਾ ਕਣਕ ਹੁਣ ਇੰਨਾ ਸਾਂਭਿਆ ਨਹੀਂ ਜਾਂਦਾ, ਸਾਡੇ ਕੋਲ ਭੰਡਾਰਨ ਵਿਵਸਥਾ ਹੋਰ ਨਹੀਂ, ਇਹਦੇ ਨੂੰ ਵੱਧ ਗੋਦਾਮ ਅਸੀਂ ਬਣਾ ਸਕਦੇ, ਉਹਦੇ 'ਚ ਪ੍ਰਾਈਵੇਟ ਇਨਵੈਸਟਮੈਂਟ ਆਵੇ, ਸਾਈਲੋਜ਼ ਬਣਨ, ਤੇ ਤੁਸੀਂ ਦੱਸ ਦਿਓ ਵੀ ਇਹ ਕਿਸ ਤਰ੍ਹਾਂ ਕੰਮ ਹੋਊਗਾ। ਕਿਸਾਨਾਂ ਨੂੰ ਕਹਿ ਸਕਦੇ ਆ ਨਾ, ਜੇ ਉਹਨਾਂ ਨੂੰ ਵੀ ਸਾਰਾ ਪਤਾ ਹੀ ਆ ਨਾ, ਉਹਨਾਂ ਨੂੰ ਕਹਿ ਤੁਸੀਂ ਦੱਸ ਦਿਓ ਫਿਰ ਵੀ ਅਸੀਂ ਇੰਨੇ ਅਨਾਜ ਨੂੰ ਕਿਸ ਤਰ੍ਹਾਂ ਭੰਡਾਰਨ ਕਰਨਾ, ਉਹਦਾ ਸੇਫ ਰਵੇ, ਇੱਕ ਖਰਾਬ ਨਾ ਹੋਵੇ ਝੋਨਾ ਕਣਕ। ਉਸ ਤੋਂ ਇਲਾਵਾ ਤੁਸੀਂ ਇਹ ਦੱਸ ਦਿਓ ਵੀ ਨਵੀਂ ਟੈਕਨੀਕ ਇਹਦੇ 'ਚ ਐਗਰੀਕਲਚਰ ਦੇ ਵਿੱਚ ਆਵੇ, ਪ੍ਰੋਸੈਸਿੰਗ ਹਾਊਸ ਲੱਗਣ। ਸਾਡਾ ਨਹੀਂ ਤੁਹਾਨੂੰ ਪਸੰਦ ਐਕਟ, ਤੁਸੀਂ ਪ੍ਰੋਸੈਸਿੰਗ ਹਾਊਸ ਕਿਸ ਤਰ੍ਹਾਂ ਲੱਗਣਗੇ, ਤੇ ਨਵੀਂ ਡਿਵਰਸੀਫਿਕੇਸ਼ਨ ਦੇ ਵਿੱਚ ਨਵੀਆਂ ਫਸਲਾਂ ਵੱਲ ਆਪਾਂ ਕਿਸ ਤਰ੍ਹਾਂ ਜਾ ਸਕਦੇ ਹਾਂ। ਫਿਰ ਉਹਨਾਂ ਨੂੰ ਪੁੱਛ ਲੈਣ, ਫਿਰ ਇੱਕ ਸਾਂਝਾ ਜਿਹਾ ਏਜੰਡਾ ਬਣਾ ਕੇ ਤੇ ਇਹ ਲੈ ਆਉਣ। ਕਿੱਡਾ ਇੱਕ ਦੇਸ਼ਾਂ ਦੀਆਂ ਲੜਾਈਆਂ ਖਤਮ ਹੋ ਸਕਦੀਆਂ, ਯੁੱਧ ਖਤਮ ਹੋ ਸਕਦੇ ਆ, ਤੇ ਇਹ ਆਪਣੇ ਲੋਕਾਂ ਦੇ ਮਸਲੇ ਜਿਹੜੇ ਆ, ਕਿਉਂਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਨਾ ਉਹ ਰਿਆਇਆ ਵਾਸਤੇ ਹੁੰਦੀਆਂ, ਉਹਨਾਂ ਦੇ ਭਲੇ ਵਾਸਤੇ ਕਾਨੂੰਨ ਬਣਾਉਂਦੀਆਂ, ਉਹਨਾਂ ਦੇ ਚੰਗੇ ਵਾਸਤੇ ਕਾਨੂੰਨ ਬਣਾਉਂਦੀਆਂ। ਕਾਨੂੰਨ ਨਹੀਂ ਕੋਈ ਸਰਕਾਰ ਇਹ ਸੋਚ ਕੇ ਬਣਾਉਂਦੀ ਵੀ ਇਹਦਾ ਨੁਕਸਾਨ ਕਰਨਾ ਇਸ ਕਮਿਊਨਿਟੀ ਦਾ, ਕੋਈ ਇਹ ਨਹੀਂ ਸੋਚ ਕੇ ਬਣਾਏ ਕਾਨੂੰਨ ਵੀ ਆਪਾਂ ਕਿਸਾਨਾਂ ਦਾ ਨੁਕਸਾਨ ਕਰਨਾ ਜੀ ਮਨ 'ਚ। ਪਰ ਜਿਹਦੇ ਵਾਸਤੇ ਬਣਾਏ ਉਹਨੂੰ ਨਹੀਂ ਸੂਟ ਕਰਦੇ ਤੇ ਫਿਰ ਇਕੱਠੇ ਬਹਿ ਕੇ ਬਣਾ ਲਓ। ਸਰ ਤੁਸੀਂ ਸਮਝ ਰਹੇ ਇਸ ਗੱਲ ਨੂੰ ਕਿ ਵਾਕਿਆ ਹੀ ਇਸ ਤਰ੍ਹਾਂ ਦਾ ਕੋਈ ਵਿਚਾਰਾ ਰਸਤਾ ਦੇਖਣਾ ਚਾਹੀਦਾ, ਤਾਂ ਜਿਹੜੇ ਬਾਕੀ ਲੀਡਰ ਸਨ ਜਿਨ੍ਹਾਂ ਦੇ ਹੱਥ ਵਿੱਚ ਕਮਾਨ ਦਿੱਤੀ ਸੀ ਪੰਜਾਬ ਦੀ, ਤਾਂ ਉਹਨਾਂ ਨੂੰ ਕਿਉਂ ਨਹੀਂ ਸਮਝ ਲੱਗੀ? ਕਾਰਨ ਕੀ ਹੈ? ਸਿਰਫ ਕੁਰਸੀ ਬਚਾਉਣ ਦੇ ਚੱਕਰ ਦੇ ਵਿੱਚ, ਚਾਪਲੂਸੀ ਦੇ ਚੱਕਰ ਦੇ ਵਿੱਚ ਇਸ ਤਰੀਕੇ ਨਾਲ ਕਰ ਰਹੀ, ਜਾਂ ਫਿਰ ਕਾਰਨ ਬੜੀ ਮੁਸ਼ਕਿਲ ਨਾਲ ਪ੍ਰਧਾਨਗੀ ਕਿਸੇ ਨੂੰ ਮਿਲੀ, ਕਿਸੇ ਨੂੰ ਜਨਰਲ ਸੈਕਟਰੀ ਉੱਤੇ ਥੱਲੇ ਘੁਮਾ ਕੇ ਚਾਪਲੂਸੀ ਕਰਕੇ ਤੇ ਆਪਾਂ ਉਹਨੂੰ ਹਾਸਲ ਕੀਤਾ। ਫਿਰ ਇੰਨੀ ਗੱਲ ਕਹਿ ਕੇ ਵੀ ਸੈਂਟਰ ਨੇ ਕਾਨੂੰਨ ਬਣਾਏ ਤੇ ਆਪਾਂ ਕਹਿ ਦਈਏ ਵੀ ਨਹੀਂ ਇਹ ਚੰਗੇ, ਜੇ ਨਹੀਂ ਮੰਨਦੇ ਕਿਸਾਨ ਤੇ ਤੁਸੀਂ ਹੋਰ ਬਣਾ ਲਓ ਜੀ, ਆਪਣੀ ਕੁਰਸੀ ਗਵਾ ਬਈਏ, ਇਹ ਗਵਾਰਾ ਨਹੀਂ। ਇਸੇ ਕਰਕੇ ਬਾਕੀ ਸਾਰੇ ਲੋਕ ਇਹਦਾ ਭੁਗਤ ਭੋਗੀ ਆ। 5-4 ਬੰਦਿਆਂ ਨੂੰ ਇਹ ਫਿਕਰ ਆ ਵੀ ਸਾਡੀ ਕੁਰਸੀ ਨਾ ਚਲੇ ਜੇ, ਪਰ ਇਹਨਾਂ ਦੇ ਭੁਗਤ ਭੋਗੀ, ਇਹਨਾਂ ਦੇ ਕੰਮ ਦੇ ਜਿਹੜੇ ਆ ਉਹ ਪੰਜਾਬ ਬੀਜੇਪੀ ਦੇ ਸਾਰੇ ਹੀ ਜਿਹੜੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਬਾਕੀ ਦੂਰ ਦਰਾਡੇ ਬੈਠੇ ਲੋਕ ਜਿਨ੍ਹਾਂ ਨੂੰ ਜਿਹੜੇ ਪ੍ਰਤਾੜਿਤ ਹੋ ਰਹੇ ਆ, ਜਿਹੜੇ ਟਾਰਗੇਟ ਤੇ ਆ ਕਿਸਾਨਾਂ ਦੇ, ਗੁੱਸੇ ਦਾ ਸ਼ਿਕਾਰ ਹੋ ਰਹੇ ਆ, ਭੁਗਤ ਭੋਗੀ ਸਾਰੇ ਆ। ਗੱਲ ਇਹਨਾਂ ਦੀ ਆ, ਇਹ ਸਟੈਂਡ ਨਹੀਂ ਲੈ ਪਾਏ। ਜਦ ਕਿ ਮੇਰਾ ਮਤ ਆ, ਮੈਂ ਪਹਿਲਾਂ ਵੀ ਕਿਹਾ, ਬਿਹਾਰੀ ਬਿਹਾਰ ਦੀ ਗੱਲ ਕਰਦਾ, ਬੰਗਾਲੀ ਬੰਗਾਲ ਦੀ ਗੱਲ ਕਰਦਾ, ਯੂਪੀ ਵਾਲਾ ਯੂਪੀ ਦੀ ਗੱਲ ਕਰਦਾ, ਤੇ ਪੰਜਾਬੀ ਪੰਜਾਬ ਦੀ ਗੱਲ ਕਿਉਂ ਨਾ ਕਰੇ? ਅਸੀਂ ਕਿਉਂ ਨਾ ਆਪਣੇ ਲੋਕਾਂ ਦੇ ਨਾਲ ਖਲੋਈਏ? ਸਾਡੀ ਰੋਟੀ ਬੇਟੀ ਦੀ ਸਾਂਝ, ਸਾਡੀ ਦੁੱਖ ਸੁੱਖ ਦੀ ਸਾਂਝ, ਸਾਡੀ ਵਪਾਰਕ ਸਾਂਝ ਕਿਸਾਨੀ ਦੇ ਨਾਲ ਹੀ ਹੈ ਨਾ। ਸਾਰਾ ਸਿਸਟਮ ਆੜ੍ਹਤੀਆ ਵੀ ਕਿਸਾਨੀ ਨਾਲ ਜੁੜਿਆ, ਸ਼ੈਲਰ ਵੀ ਕਿਸਾਨੀ ਨਾਲ ਜੁੜੇ, ਹਾੜੀ ਸੌਣੀ ਆਉਂਦੀ ਆ, ਦੁਕਾਨਾਂ ਚੱਲਦੀਆਂ, ਵਿਆਹ ਸ਼ਾਦੀਆਂ ਹੁੰਦੀਆਂ, ਇੱਕ ਗਰੀਬ ਬਹਿਰੇ ਤੱਕ ਜਿਹੜੀ ਆ ਉਹ ਰੋਟੀ ਦਾ ਪ੍ਰਬੰਧ ਹੁੰਦਾ ਹੈ। ਤੇ ਜੋ ਵੀ ਇਹ ਸਾਰਾ ਸਿਸਟਮ ਬਣਿਆ, ਇਹ ਸਾਰਾ ਕਿਸਾਨੀ ਤੇ। ਇੰਡਸਟਰੀ ਤਾਂ ਪੰਜਾਬ 'ਚ ਹੈ ਨਹੀਂ ਬਹੁਤੀ ਲੰਬੀ ਚੌੜੀ, ਤੇ ਸਾਰਾ ਸਿਸਟਮ ਤੇ ਕਿਸਾਨੀ ਤੇ ਆ। ਤੇ ਅਸੀਂ ਜੇ ਬਾਕੀ ਸਾਰੇ ਇੱਕ ਪਾਸੇ ਆ, ਤੇ ਅਸੀਂ ਜਿਹੜੇ ਥੋੜੇ ਜਿਹੇ ਬੀਜੇਪੀ ਵਾਲੇ ਜਿਹੜੇ ਹੈਗੇ ਆ, ਉਹ ਆਪਣੀ ਡਫਲੀ ਵੱਖਰੀ ਵਜਾਈ ਜਾਈਏ। ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਆਪਣੇ ਲੋਕਾਂ ਦੀ ਸੁਰ 'ਚ ਸੁਰ ਮਿਲਾਈਏ। ਕਿੱਡੀ ਮੁਸ਼ਕਲ ਹੈ ਜਿਹੜੀ ਆ ਸ਼ਾਂਤੀ ਆਈ ਹੈ ਪੰਜਾਬ ਦੇ ਵਿੱਚ। ਅਸੀਂ 84 ਦਾ ਦੌਰ ਵੇਖਿਆ, ਮੇਰੇ ਤੇ ਫਾਦਰ ਸਾਹਿਬ ਸ਼ਹੀਦ ਹੋਏ ਉਹਦੇ 'ਚ। ਅਸੀਂ ਉਹ ਅੱਤਵਾਦ, ਪਰ ਉਹ ਹੋਰ ਤਰ੍ਹਾਂ ਦਾ ਸੀ। ਪੰਜਾਬ ਇੱਕ ਐਸੀ ਸਟੇਟ ਹੈ ਜਿਹੜੀ ਸਭ ਤੋਂ ਪੀਸਫੁਲ ਹੈ ਅੱਜ ਦੀ ਡੇਟ 'ਚ ਵੀ। ਪੰਜਾਬ ਹੀ ਇੱਕ ਐਸਾ ਵਾ ਜਿੱਥੇ ਮਰਜ਼ੀ ਦੰਗੇ ਹੋ ਗਏ ਦੁਨੀਆ ਦੇ ਉੱਤੇ, ਪੰਜਾਬ 'ਚ ਦੰਗਾ ਨਹੀਂ ਹੋਇਆ। ਪੰਜਾਬ ਦੇ ਵਿੱਚ ਕਿਸੇ ਨੇ, ਅੱਤਵਾਦੀਆਂ ਨੇ ਸਿੱਖ ਵੀ ਮਾਰੇ, ਹਿੰਦੂ ਵੀ ਮਾਰੇ, ਜਿਹੜੇ ਉਧਰੋਂ ਮਰੇ, ਸਭ ਆਪਣੇ ਭਰਾ ਹੀ ਆ, ਪੰਜਾਬੀ ਆ, ਪਰ ਦੰਗੇ ਵਰਗੀ ਚੀਜ਼ ਨਹੀਂ ਹੋਈ। ਜੋ ਸਭ ਕਿਸਾਨੀ ਦੇ ਨਾਲ, ਇਹ ਆ ਪੰਜਾਬ ਦਾ ਕਲਚਰ, ਗੁਰੂਆਂ ਦਾ ਵਿਰਸਾ। ਕਿਸਾਨੀ ਦੇ ਬਾਰੇ ਅਸੀਂ ਕੀ ਕੁਝ ਜਾਣਦੇ? ਕਿਸਾਨੀ ਦੇ ਬਾਰੇ ਪਿਛੋਕੜ ਕੀ ਹੈ? ਕਿਉਂਕਿ ਮੈਂ ਕੁਝ ਇੰਟਰਵਿਊ ਤੁਹਾਡੀ ਦੇਖੀਆਂ ਜਿਹਦੇ ਵਿੱਚ ਤੁਸੀਂ ਦੱਸ ਰਹੇ ਜੀ ਕਿ ਕਿਸਾਨੀ ਕੀ ਹੈ, ਕਿਸਾਨ ਦੀਆਂ ਕੀ ਮੁਸ਼ਕਲਾਂ ਨੇ ਕਿਸਾਨ ਦੀਆਂ। ਅੱਜ ਕਿਸਾਨ ਰੁਲਦਾ ਇਸ ਕਰਕੇ ਪਿਆ, ਉਹਨੂੰ ਪਤਾ ਕਿ ਮੈਂ ਬਹੁਤ ਸਾਰੀ ਟਰੈਕਟਰ ਦੀ ਵਾਈ ਆ। ਸਾਡੀ 12-14 ਕਿੱਲਿਆਂ ਦੀ ਵਾਈ ਸੀ। ਸਾਡੇ ਘਰ 10-12 ਡੰਗਰ ਸੀ, ਜਿਸ ਚੋਂ ਮੱਝਾਂ ਸੀ, ਇੱਕ ਬੈਲ ਸੀ, ਇੱਕ ਸੰਡਾ ਹੀ ਆਂਦੇ ਸੀ ਅਸੀਂ ਉਹਨੂੰ, ਜੋਗ ਜਿਹਨੂੰ ਆਂਦੇ ਆ, ਹਲ ਉਦੋਂ ਉੱਤੇ ਹੀ। ਉਸ ਤੋਂ ਬਾਅਦ ਥੋੜਾ ਲੇਟ, ਜਦੋਂ ਫਿਰ ਛੇਤੀ ਹੁੰਦੀ, ਟਰੈਕਟਰ ਨਾਲ ਵਹਾ ਲਿਆ। ਅਸੀਂ ਕਣਕਾਂ ਬੀਜੀਆਂ, ਅਸੀਂ ਝੋਨੇ ਬੀਜੇ, ਅਸੀਂ ਝੋਨੇ ਝਾੜੇ, ਅਸੀਂ ਟੋਈਆਂ ਦੇ ਸੁੱਤੇ ਆ। ਅਸੀਂ ਕਣਕਾਂ ਭਰੀਆਂ ਢੋਈਆਂ ਵਾ, ਕਣਕਾਂ ਵੱਡੀਆਂ ਵਾ, ਕਣਕਾਂ ਗਾਈਆਂ ਵਾ। ਅਸੀਂ ਛਟਾਲੇ
ਤੇ ਚਰੀਆਂ ਤੇ ਗਾਚੇ ਕੁਤਰੇ ਆ ਤੇ ਵੱਡੇ ਵੀ ਆ, ਰੇੜੇ ਦੇ ਉੱਤੇ ਲੱਦ ਕੇ ਲਿਆਉਂਦੇ ਨੇ ਏਡੀਆਂ ਪੰਡਾਂ ਇੰਨੇ ਡੰਗਰਾਂ ਨੂੰ। ਅਸੀਂ ਡੰਗਰ ਨਵਾਉਣ ਸਾਡੇ ਨਹਿਰ ਆ ਪਿੰਡ 'ਚ, ਤੇ ਸਾਡੀ ਵਾਰੀ ਲੱਗਦੀ ਸੀ। ਜੇ ਨਹੀਂ ਸੀ ਨਾ ਟਾਈਮ ਸਿਰ ਅਸੀਂ ਪਾਣੀ ਲਾਉਣ ਜਾਂਦੇ ਤੇ ਸਾਡੀ ਛਤਰੌਲ ਵੀ ਹੁੰਦੀ ਸੀ ਨਾਲ ਸਾਡੇ ਫਾਦਰ ਸਾਹਿਬ ਕੋਲੋਂ। ਘਰ ਦੇ ਬੱਚਿਆਂ ਨੇ ਕਾਮੇ ਦੇ ਨਾਲ ਰਲ ਕੇ ਕੰਮ ਕਰਨਾ ਪੈਂਦਾ ਸੀ। ਮੱਝਾਂ ਚੋਈਆਂ ਵਾ, ਧਾਰਾਂ ਲਈਆਂ ਵਾ। ਮਤਲਬ ਮੈਂ 24 ਸਾਲ ਦੇ, ਆਪਣੀ ਉਮਰ ਦੇ 24 ਸਾਲ ਆਪਣੇ ਪਿੰਡ 'ਚ ਮਤਲਬ ਰਿਹਾ ਵਾਂ। ਨਹੀਂ ਸੀ ਉੱਥੇ ਕਲਚਰ ਹੈਗਾ ਫਲਸ਼ ਸਿਸਟਮ ਦਾ। ਘਰ ਚੰਗਾ ਸੀ, ਸਾਡੇ ਫਾਦਰ ਟੀਚਰ ਸੀਗੇ, ਕਿਸਾਨੀ ਵੀ ਸੀ, ਸੌਖਾ ਸੀ ਸਿਸਟਮ, ਚੰਗਾ ਰਹਿਣ ਬਹਿਣ ਖਾਣ ਪੀਣ ਸੀਗਾ, ਪਰ ਘਰ 'ਚ ਫਲਸ਼ ਨਹੀਂ ਸੀ ਹੈਗੀ। ਉਹ ਬਾਹਰ ਜਾਣ ਵਾਲਾ ਸਿਸਟਮ ਹੀ, ਨਹਿਰ ਦੇ ਉੱਤੇ ਜਾਂਦੇ ਸੀ। ਲੱਗਦਾ ਨਹੀਂ ਕਿ ਇੱਕ ਵਾਰੀ ਸਾਰੇ ਜਿਹੜੇ ਲੀਡਰ ਵੀ ਮੈਂ ਪਿੰਡ ਦੀ ਪੂਰੀ ਲਾਈਫ ਜਾਣਦਾ, ਮੈਂ ਵੱਟਾਂ ਤੇ ਫਿਰਿਆ ਵਾਂ। ਮੈਂ ਵਾਣਾ ਦੇ ਵਿੱਚ ਕਬੱਡੀਆਂ ਖੇਡੀਆਂ ਵਾਂ, ਮੈਂ ਆਪਣੇ ਦੋਸਤਾਂ ਦੇ ਨਾਲ ਤੀਆਂ ਦੇ ਵਿੱਚ ਕੁਸ਼ਤੀਆਂ ਕੀਤੀਆਂ ਵਾਂ। ਮੈਂ ਪਿੰਡੂ ਕਲਚਰ ਦਾ ਬੰਦਾ, ਮੈਨੂੰ ਪਿੰਡਾਂ ਦੇ ਲੋਕਾਂ ਦੀ ਭਾਵਨਾ ਵੀ ਪਤਾ ਵਾ। ਤੇ ਮੈਨੂੰ ਸ਼ਹਿਰ ਦੇ ਵਿੱਚ ਅਸੀਂ ਬਿਜ਼ਨਸ ਕੀਤਾ, ਸ਼ਹਿਰ ਦੇ ਬਿਜ਼ਨਸ ਦਾ ਵੀ ਪਤਾ, ਵਪਾਰੀਆਂ ਦੇ ਨਾਲ ਵੀ ਮੇਰਾ ਸੰਬੰਧ ਆ। ਤੇ ਮੈਂ ਸ਼ਹਿਰ ਦੇ ਵਿੱਚ ਪੋਲਿਟਿਕਸ ਕੀਤੀ, ਪੂਰੇ ਪੰਜਾਬ 'ਚ ਡਿਪਾਰਟਮੈਂਟ ਐਡੇ ਐਡੇ ਵੱਡੇ ਚਲਾਏ ਆ। ਮੈਨੂੰ ਹਰ ਤਜਰਬਾ ਹੈਗਾ। ਕੋਈ ਬਹੁਤ ਪੜ੍ਹਿਆ ਨਾ ਨਹੀਂ ਕੰਮ ਹੁੰਦਾ, ਕੰਮ ਪ੍ਰੈਕਟੀਕਲੀ ਜਿਹਨੇ ਲਾਈਫ ਜਿਹੜੀ ਜੀ ਹੋਵੇ ਨਾ, ਉਹਦੇ ਤੋਂ ਵੱਡੀ ਤਜਰਬਾ ਉਹ ਕਿਤਾਬਾਂ 'ਚ ਨਹੀਂ ਮਿਲਦਾ। ਉਹ ਲੱਗਦਾ ਤਜਰਬਾ ਨਹੀਂ ਕਿ ਹੱਲ ਕੋਈ ਇਸ ਤਰ੍ਹਾਂ ਦਾ ਹੀ ਹੋ ਸਕਦਾ ਕਿ ਜਦੋਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਮੈਂ ਪਿੰਡ ਨਾਲ ਜੁੜਿਆ, ਤੇ ਜਿਹੜੇ ਬੜੇ ਲੀਡਰ ਪਿੰਡ ਨਾਲ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਪਿੰਡ ਦਾ ਰੋਣ ਮਰਵਾਇਆ ਜਾਵੇ, ਪਤਾ ਲੱਗੇ ਕਿ ਕਿਸਾਨੀ ਕੀ ਹੈ। ਲੱਗਦਾ ਨਹੀਂ ਉਦੋਂ ਹੱਲ ਹੋਏਗਾ। ਹੁਣ ਤੇ ਡਰਦੇ ਜਾਂਦੇ ਨਹੀਂ, ਜਦੋਂ ਸਮਾਂ ਚੰਗਾ ਹੋਊਗਾ ਚੱਲ ਜਾਣਗੇ। ਚਲੋ ਖੈਰ ਹੈ। ਬਾਕੀ ਇਹ ਆ ਵੀ ਇਹਨਾਂ ਨੂੰ ਇਹ ਪੁਲਿਸ ਦੀ ਇੰਨੀ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ। 100 ਬੰਦਾ ਦਿੱਤਾ ਇੱਕ ਬੰਦੇ ਨੂੰ, 100 ਬੰਦਾ ਦਿੱਤਾ ਨਾ, ਡਰ ਕੇ ਦੇ ਤੋਂ ਤੁਸੀਂ ਦੱਸੋ, ਕੋਈ ਅੱਤਵਾਦ ਦਾ ਖਤਰਾ ਤੇ ਨਹੀਂ ਨਾ। ਇਹੀ ਖਤਰਾ ਨਾ ਵੀ ਸਾਡੇ ਕਿਸਾਨ ਭਰਾ ਜੇ ਅਸੀਂ ਉਹਨਾਂ ਦੇ ਹੱਕ 'ਚ ਨਹੀਂ ਗੱਲ ਕਰਦੇ ਪਏ, ਅਸੀਂ ਜਿੱਧਰ ਨੂੰ ਜਾਵਾਂਗੇ ਸਾਡੇ ਗਲ ਪੈਣਗੇ, ਸਾਡੇ ਕੱਪੜੇ ਪਾੜਨਗੇ। ਇਹੀ ਹੈ ਨਾ ਡਰ। ਤੇ ਜੇ ਆਪਾਂ ਉਹਨਾਂ ਦੇ ਹੱਕ 'ਚ ਆਖੀਏ ਵੀ ਹੋਣਾ ਨਾ ਹੋਣਾ ਬਾਅਦ ਦੀ ਗੱਲ ਆ, ਅਸੀਂ ਉਹਨਾਂ ਦੇ ਨਾਲ ਖੜੇ ਹੋਈਏ, ਅਸੀਂ ਉਹਨਾਂ ਨੂੰ ਕਹੀਏ ਅਸੀਂ ਤੁਹਾਡੀ ਲੜਾਈ ਲੜਾਂਗੇ, ਅਸੀਂ ਤੁਹਾਡੇ ਨਾਲ ਖੜੇ ਆਂ, ਅਸੀਂ ਤੁਹਾਡੀ ਲੜਾਈ ਲੜਾਂਗੇ ਜਿੱਥੋਂ ਤੱਕ ਹੋ ਸਕੂਗਾ। ਜੋ ਮਸਲੇ ਵੱਧ ਤੋਂ ਵੱਧ ਹੱਲ ਕਰਾ ਸਕਦੇ ਅਸੀਂ ਕਰਾਵਾਂਗੇ। ਇਕੱਲੇ ਕਿਸਾਨਾਂ ਨੂੰ ਨਹੀਂ, ਸਾਡੇ ਪੰਜਾਬ ਦੇ ਵਿੱਚ ਜੇ ਸ਼ੈਲਰਾਂ ਵਾਲਿਆਂ ਦਾ ਕੋਈ ਮੈਟਰ ਆ, ਆੜਤੀਆਂ ਦਾ ਮੈਟਰ ਆ, ਵਪਾਰੀਆਂ ਦਾ ਮੈਟਰ ਆ, ਉਹਦੇ ਵਾਸਤੇ ਵੀ ਲੜਾਈ। ਕਿਉਂਕਿ ਜਿਹੜੇ ਵੀ ਸੈਂਟਰ ਨਾਲ ਸੰਬੰਧਿਤ ਮੈਟਰ ਆ ਨਾ, ਉਹਦੇ ਬੀਜੇਪੀ ਵਾਲੀ ਵੇਖਣਾ, ਕਿਉਂਕਿ ਬੀਜੇਪੀ ਦੀ ਸਰਕਾਰ ਆ ਸੈਂਟਰ 'ਚ। ਬੀਜੇਪੀ ਵਾਲੀ ਵੇਖਣਾ ਕੌਣ ਰਿਪਰੈਜ਼ੈਂਟ ਕਰਦਾ ਪਿਆ, ਕੋਈ ਨਹੀਂ ਕਰਦਾ ਪਿਆ। ਉਹ ਵਿਚਾਰੇ ਧੱਕੇ ਧੋੜੇ ਆਪੇ ਹੀ ਖਾਂਦੇ ਆ। ਕੌਣ ਦਿੱਲੀ ਜਾਵੇ, ਕੌਣ ਕਰੇ, ਕੁਛ ਨਹੀਂ ਹੈਗਾ। ਇਸ ਕਰਕੇ ਇਹ ਜਿਹੜੀਆਂ ਨਾ ਸਾਡੀ ਜਿਹੜੀ ਟੀਮ ਆ ਬੀਜੇਪੀ ਦੀ, ਇਹਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਆ। ਸਾਨੂੰ ਸਾਰੇ ਆਪਣੇ ਕਾਰਜਕਰਤਾ ਦੀ ਭਾਵਨਾ ਸਮਝਣੀ ਚਾਹੀਦੀ ਆ, ਸੁਣਨੀ ਚਾਹੀਦੀ। ਉਹ ਕਿਸ ਹਾਲਾਤ ਦੇ ਵਿੱਚ ਇਹ 6 7 8 ਮਹੀਨਿਆਂ ਤੋਂ ਇਸ ਸਿਸਟਮ ਨੂੰ ਫੇਸ ਕਰਦੇ ਪਏ ਆ। ਤੇ ਸਾਨੂੰ ਪੰਜਾਬ ਦੇ ਪੰਜਾਬੀਆਂ ਨਾਲ, ਪੰਜਾਬ ਦੇ ਮੁੱਦਿਆਂ ਵੱਲ ਸਟੈਂਡ ਲੈਣਾ ਚਾਹੀਦਾ। ਅਸੀਂ ਪੰਜਾਬ ਦੇ ਰਹਿਣ ਵਾਲੇ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਰੋਟੀ ਖਾਧੀ ਹੈ, ਇੱਥੋਂ ਹੀ ਅੰਨ ਖਾਧਾ, ਇਹਨਾਂ ਕਿਸਾਨਾਂ ਦਾ ਪੈਦਾ ਕੀਤਾ। ਸਾਡਾ ਵਪਾਰ ਇਹਨਾਂ ਦੇ ਨਾਲ ਹੀ ਆ। ਅੰਮ੍ਰਿਤਸਰ ਦੇ ਜਿਹੜੇ ਲੀਡਰ ਨੇ ਇਸ ਵਕਤ ਜਿਹੜੇ ਕਹਿੰਦੇ ਨੇ ਕਿ ਸਾਡੀ ਬਹੁਤ ਪਹੁੰਚ ਆ, ਤਾਂ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਕਿਸਾਨ ਆਗੂ ਬੈਠੇ, ਉਹ ਕਹਿੰਦੇ ਕਿ ਆਪੇ ਉੱਠ ਕੇ ਚਲੇ ਜਾਣਗੇ। ਸ਼ਵੇਤ ਮਲਿਕ ਵੀ ਕਹਿ ਰਹੇ ਨੇ, ਤਰੁਣ ਚੁੱਗ ਵੀ ਕਹਿ ਰਹੇ ਨੇ, ਆਪੇ ਉੱਠ ਕੇ ਚਲੇ ਜਾਣ। ਉਹ ਚਾਹੁੰਦੇ ਨਹੀਂ ਉੱਠ ਕੇ ਜਾਣ। ਅੱਜ ਕੱਲ੍ਹ ਨਾ ਸਾਡੇ ਕੁਛ ਇਹ ਵੀ ਹਿਸਾਬ ਹੋ ਗਿਆ ਵਾ, ਜਿੰਨਾ ਕੋਈ ਏਡੀ ਏਡੀ ਸਿਕਿਉਰਿਟੀ ਆ ਵੀ ਇਹ ਤੇ ਮੈਡਲ ਗਿਣਦੇ ਆ ਵੀ ਮੈਨੂੰ 4 ਵਾਰੀ ਕਿਸਾਨਾਂ ਨੇ ਘੇਰਿਆ, ਕੋਈ ਆਂਦਾ ਮੈਨੂੰ 5 ਵਾਰੀ ਘੇਰਿਆ। ਇਹਨਾਂ ਵਾਸਤੇ ਮੈਡਲ ਆ। ਇਹੀ ਜਾ ਕੇ ਉੱਥੇ ਦੱਸਦੇ ਆ ਵੀ ਸਾਨੂੰ ਕਿਸਾਨਾਂ ਨੇ ਘੇਰ ਲਿਆ ਜੀ, ਅਸੀਂ ਇੱਧਰ ਨੂੰ ਐ ਹੋ ਗਿਆ, ਜਿਉਂ ਹੋ ਗਿਆ। ਉਹ ਸਿਕਿਉਰਿਟੀਆਂ ਇਸੇ ਕਰਕੇ ਲਈਆਂ ਇਹਨਾਂ ਨੇ, ਚਮਕਾਉਣ ਦਾ ਸਟੰਟ। ਇਹ ਬਸ ਇਹਨਾਂ ਨੂੰ ਐਂ ਲੱਗਦਾ ਵੀ ਸਾਡੇ ਵਾਸਤੇ ਸਭ ਤੋਂ ਵੱਡਾ ਹਾਈਲਾਈਟ ਹੋਣ ਦਾ ਇਹੀ ਕਾਰਨ ਆ ਵੀ ਸਾਡੇ ਕੋਈ ਆਂਦਾ ਸਾਡੇ ਕਿਸਾਨ ਬੈਠੇ ਜੀ, ਮੈਨੂੰ ਉੱਥੇ ਘੇਰ ਲਿਆ ਜੀ, ਮੈਂ ਉੱਧਰ ਨੂੰ ਗਿਆ, ਮੈਂ ਪ੍ਰਚਾਰ ਕਰਨ, ਮੈਂ ਪ੍ਰੈਸ ਕਾਨਫਰੰਸ ਕਰਨ। ਇਹਨਾਂ ਦੇ ਵਾਸਤੇ ਇਹ ਮੈਡਲ ਹੀ ਆ। ਘੇਰੇ ਨਾਲ ਲੱਗਦਾ ਕਿ ਵੋਟ ਮਿਲ ਜਾਏ, ਨੰਬਰ ਬਣਾਉਣ ਦਾ ਇੱਕ ਜ਼ਰੀਆ ਇਹਨਾਂ ਵਾਸਤੇ। ਘੇਰੇ ਨਾਲ ਲੱਗਦਾ ਕਿ ਵੋਟ ਇਹਨਾਂ ਨੂੰ ਇਹ ਨੇ ਵੀ ਵਰਕਰ ਨੂੰ ਸਾਂਭ ਕੇ ਰੱਖਣਾ, ਉਹਨੂੰ ਕਿਤਨਾ ਬਚਾਉਣਾ ਵਾ। ਇਹਨਾਂ ਨੂੰ ਆਪਣੇ ਮੈਡਲਾਂ ਨਾਲ ਆ, ਇਹ ਆਪਣੀ PR ਬਣਾਉਂਦੇ ਪਏ ਆ, ਇਹਦੇ ਨਾਲ ਉੱਤੇ ਨੰਬਰ ਬਣਾਉਂਦੇ ਪਏ ਆ। ਇਹਨਾਂ ਦਾ ਇਹ ਹਾਲ ਆ। ਇਸ ਕਰਕੇ ਇਹ ਗਰਾਊਂਡ ਤੇ ਕੁਝ ਨਹੀਂ ਹੈਗਾ ਇਸ ਵੇਲੇ ਇਹਨਾਂ ਕੋਲ। ਪਰ ਹੱਲ ਕੀ ਹੋਣਾ ਚਾਹੀਦਾ ਜੋ ਸਭ ਬੜੀ ਦੇਰ ਹੋ ਚੁੱਕੀ ਆ? ਮਸਲਾ ਹੱਲ ਹੋਣਾ ਚਾਹੀਦਾ। ਕਿੱਡੀ ਦੁੱਖ ਦੀ ਗੱਲ ਆ, ਇੰਨੀ ਗਰਮੀ ਆ ਇਸ ਵੇਲੇ, ਉੱਥੇ ਬੈਠੇ ਆ, ਇੰਨੇ ਝੱਖੜ ਆਏ, ਕਈ ਵਾਰੀ ਤੰਬੂ ਗੁੱਡ ਗਏ, ਕੁਛ ਹੋ ਗਿਆ। ਨਹੀਂ ਹੋਣਾ ਚਾਹੀਦਾ, ਨਹੀਂ ਇੰਨਾ ਚਿਰ ਮਹਿਣ ਦੇਣਾ ਚਾਹੀਦਾ। ਇੰਨਾ ਚਿਰ ਕਿਸੇ ਨੂੰ ਵੀ ਕਿਸੇ ਮੁੱਦੇ ਦੇ ਉੱਤੇ ਸੜਦੀਆਂ ਪਈਆਂ ਨੇ, ਨਹੀਂ ਬਹਿਣ ਦੇਣਾ ਚਾਹੀਦਾ। ਸਰਦੀਆਂ ਲੰਘੀਆਂ, ਇੰਨਾ ਕਰੋਨਾ ਦੀ ਮਹਾਮਾਰੀ, ਘਰੋਂ ਬਾਹਰ ਨਹੀਂ ਕੋਈ ਨਿਕਲਦਾ। ਉਹ ਆਪਣੀ ਜਾਨਾਂ ਨੂੰ ਰਿਸਕ 'ਚ ਪਾ ਕੇ ਉੱਤੇ ਬੈਠੇ ਆ। ਕਿਹੜੀ ਲੜਾਈ ਲੜਦੇ? ਕਿੰਨਾ ਕੁ ਖਦਸ਼ਾ ਉਹਨਾਂ ਨੂੰ ਅੰਦਰ, ਕਿੰਨਾ ਕੁ ਡਰ ਹੈ ਉਹਨਾਂ ਦੇ ਅੰਦਰ ਵੀ ਸਾਡਾ ਘਰੇ ਸਭ ਕੁਝ ਖੁੱਸ ਜਾਣਾ। ਇਹ ਕੌਣ ਇਹਨਾਂ ਦਾ ਡਰ ਨਿਵਰਤ ਕਰੂਗਾ? ਮੌਜੂਦਾ ਸਰਕਾਰ ਦੀ ਕਾਰਜਪ੍ਰਣਾਲੀ ਕਿਸ ਤਰ੍ਹਾਂ ਦੇਖਦੇ ਜੇ? ਸੂਬਾ ਸਰਕਾਰ ਵੱਲੋਂ ਵੀ ਕੋਈ ਜ਼ਿਆਦਾ ਹੀਲਾ ਨਹੀਂ ਕੀਤਾ ਗਿਆ, ਸਿਰਫ ਤੇ ਸਿਰਫ ਗੋਲੀ ਦਿੱਤੀ ਗਈ ਹਰ ਇੱਕ ਨੂੰ ਕਿ ਹੱਲ ਹੋ ਜਾਏਗਾ, ਹੱਲ ਹੋ ਜਾਏਗਾ, ਪਰ ਕੋਈ ਗੱਲਬਾਤ ਨਹੀਂ ਕੀਤੀ। ਜੇ ਮੈਂ ਬਾਕੀ ਪਾਰਟੀਆਂ ਦੀ ਗੱਲ ਕਰਾਂ ਨਾ, ਕਾਂਗਰਸ ਦਾ ਖਾਸ ਕਰਕੇ, ਕਿਉਂਕਿ ਸੱਤਾ 'ਚ ਕਾਂਗਰਸ ਹੈ, ਇਸ ਕਰਕੇ ਟਾਰਗੇਟ ਤੇ ਉਹੀ ਆਊਗੀ। ਉਹਨੇ ਵੀ ਕੱਖ ਨਹੀਂ ਕੀਤਾ। ਸਹੁੰਆਂ ਖਾਧੀਆਂ ਗੁਟਕਾ ਸਾਹਿਬ ਦੀਆਂ, ਨੌਕਰੀਆਂ ਦਾ ਵਾਅਦਾ ਕੀਤਾ, ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ,
ਪੰਜਾਬ ਦੀ ਗੱਲ। ਮੋਬਾਈਲਾਂ ਦਾ ਵਾਅਦਾ ਕੀਤਾ, ਫਾਰਮ ਭਰੇ ਨੌਕਰੀਆਂ ਵਾਸਤੇ। ਇਹਨਾਂ ਨੇ ਬਹੁਤ ਸਾਰੇ ਕਿਸਾਨਾਂ ਦਾ 100% ਕਰਜ਼ਾ ਜਿਹੜਾ 90,000 ਕਰੋੜ ਬਣਦਾ ਤੇ ਆਂਦੇ ਜੀ 6200 ਕਰੋੜ ਕਰਤਾ ਜਾਂ 5200 ਕਰੋੜ ਕਰਤਾ ਤੇ 90,000 ਕਰੋੜ ਦਾ ਫਰਕ ਬੜਾ। ਇਹਨਾਂ ਨੇ ਇੱਕ ਇੱਕ ਗੱਲ ਕਹੀ ਸੀ, ਕੋਆਪਰੇਟਿਵ ਬੈਂਕਾਂ ਦਾ, ਨੈਸ਼ਨਲ ਬੈਂਕਾਂ ਦਾ, ਆੜਤੀਆਂ ਦਾ, 3 ਤਰ੍ਹਾਂ ਦੇ ਕਰਜ਼ੇ ਹੁੰਦੇ ਕਿਸਾਨ ਤੇ, ਤੁਹਾਨੂੰ ਨਹੀਂ ਮੋੜਨ ਦੀ ਲੋੜ ਕਿਸਾਨ ਭਰਾਓ, ਇਹ ਸਾਰਾ ਸਰਕਾਰ ਮੋੜੂ, ਆੜਤੀਆਂ ਨੂੰ ਵੀ ਸਰਕਾਰ ਮੋੜੂਗੀ। ਕਿੱਥੇ ਮੋੜਿਆ ਹੈ? ਨੌਕਰੀਆਂ ਕਿੱਥੇ ਦਿੱਤੀਆਂ? ਫਾਰਮ ਭਰ ਲਏ। ਮੋਬਾਈਲ ਕਿੱਥੇ ਦਿੱਤੇ ਆ? ਕੁਝ ਕਲਾਸ ਦੇ ਨਿਆਣਿਆਂ ਨੂੰ ਦੇ ਦਿੱਤੇ ਹੈ। ਇਹ ਸਾਰੇ ਜਿੰਨੇ ਵਾਅਦੇ ਇਹਨਾਂ ਨੇ, ਪਰ ਇਹਨਾਂ ਆਖਿਆ ਵੀ ਉਹ ਤੇ ਅਸੀਂ ਕੁਝ ਕੀਤਾ ਨਹੀਂ। ਹੁਣ ਕਾਂਗਰਸ ਦੀ ਲੜਾਈ ਕੀ ਆ? ਉਹ ਆਂਦੇ ਜੋ ਅਸੀਂ ਸਹੁੰ ਖਾ ਵਾਅਦੇ ਕੀਤੇ ਸੀ, ਜੇ ਇਹ ਨਾ ਪੂਰੇ ਕੀਤੇ ਤੇ ਹੁਣ ਕਿਤਨਾ ਲੋਕਾਂ ਜਾਵਾਂਗੇ। ਇਹੀ ਲੜਾਈ ਪਈ ਹੈ ਨਾ ਕੈਪਟਨ ਸਾਹਿਬ ਦੀ, ਦੂਜਿਆਂ ਦੀ ਹੈ। ਆਪਣੇ ਆਪ ਨੂੰ ਬੋਰਡ ਲਗਾ ਰਿਹਾ, ਕੋਈ ਕਹਿ ਰਿਹਾ ਕਿ ਕੈਪਟਨ ਇੱਕ ਹੈ, ਕੋਈ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੱਭਣ ਵਾਲੇ ਨੂੰ 50,000 ਰੁਪਇਆ ਨਾਮ, ਵੱਖ-ਵੱਖ ਤਰੀਕੇ ਦੇ। ਕਿਸੇ ਨੇ ਕੱਖ ਨਹੀਂ ਕੀਤਾ, ਕਿਸੇ ਨੇ ਕੱਖ ਨਹੀਂ, ਬੁਰਾ ਹਾਲ ਕਰਤਾ। ਮੈਂ ਤੇ ਆਨਾ ਮੇਰੀ ਕਨਸਟੀਟੂਐਂਸੀ 'ਚ ਜੋ ਮੈਂ ਬਣਾਇਆ ਸੀ ਉਹਨੂੰ ਸਿਰਫ ਸਾਫ਼ ਕਰ ਦਿੰਦੇ। ਜਿੰਨੀਆਂ ਮੈਂ ਬੱਤੀਆਂ ਲਵਾਈਆਂ ਉਹਨਾਂ ਨੂੰ ਸਿਰਫ ਜਗਾ ਦਿੰਦੇ। ਸਫਾਈ ਸਰਕਾਰਾਂ ਦੇ ਚੱਕਰ 'ਚ ਪੈ ਗਏ ਆ ਇਹ, ਤੇ ਲੋਕੀ ਬੁਰਾ ਹਾਲ ਕਰਨਗੇ ਇਹਨਾਂ ਦਾ। ਬਿਲਕੁਲ ਵੱਡੀ ਗੱਲ ਹੈ। ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਾਲ ਗੱਲਬਾਤ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਹਰ ਕੋਈ ਇਸ ਵੇਲੇ ਕੁਰਸੀ ਦੇ ਚੱਕਰ ਦੇ ਵਿੱਚ ਹੈ, ਚਾਹੇ ਸੂਬਾ ਸਰਕਾਰ ਦੇ ਕੁਝ ਮੰਤਰੀ ਨੇ, ਕੁਝ ਲੀਡਰ ਸਾਹਿਬਾਨ ਨੇ, ਤਾਂ ਚਾਹੇ ਕੇਂਦਰ ਸਰਕਾਰ ਦੇ। ਹਰ ਇੱਕ ਨੂੰ ਆਪਣੀ ਕੁਰਸੀ ਦਾ ਪਿਆ, ਪਰ ਇਹ ਗੱਲ ਯਾਦ ਰੱਖਣਾ, ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਜ਼ਿਆਦਾ ਜ਼ਰੂਰੀ ਹੈ। ਕੁਰਸੀਆਂ ਦੇ ਉੱਤੇ ਜਗ੍ਹਾ ਬਣਾਉਣ ਦੇ ਨਾਲ ਗੱਲ ਨਹੀਂ ਜੇ ਬਣਨੀ। ਕੈਮਰਾਮੈਨ ਦਲੀਪ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।